ਹੈਲੋ एवरीवन, ਅੱਜ ਅਸੀਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਪੰਜਾਬੀ ਗ੍ਰਾਮਰ ਦਾ ਲੈਕਚਰ 25 ਦੇਖਣ ਲੱਗੇ ਹਾਂ। ਇਸ ਵਿੱਚ ਅੱਜ ਅਸੀਂ ਆਪਣਾ ਰਸ ਤੇ ਅਲੰਕਾਰ ਬਾਰੇ ਗੱਲ ਕਰਾਂਗੇ। ਸੋ ਲੈਕਚਰ ਸਟਾਰਟ ਕਰਦੇ ਹਾਂ। ਪੰਜਾਬ ਪਟਵਾਰੀ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਹਨ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਹਨ, ਈ ਬੁੱਕ ਪ੍ਰੋਵਾਈਡ ਕੀਤੇ ਜਾ ਰਹੇ ਹਨ। ਉਸ ਤੋਂ ਇਲਾਵਾ ਪੇਡ ਕੋਰਸ ਅਵੇਲੇਬਲ ਹੈ ਅਤੇ ਇਹ ਦੋਨੋਂ ਚੀਜ਼ਾਂ ਤੁਸੀਂ ਵੈਬਸਾਈਟ 'ਤੇ ਜਾ ਕੇ ਖਰੀਦ ਸਕਦੇ ਹੋ। ਇਹ ਦੋਨੋਂ ਚੀਜ਼ਾਂ ਤੁਹਾਨੂੰ ਐਪ 'ਤੇ ਵੀ ਅਵੇਲੇਬਲ ਹੈ। ਐਪ 'ਤੇ ਜਾ ਕੇ ਤੁਸੀਂ ਪੇਡ ਕੋਰਸ ਖਰੀਦਣਾ ਹੈ ਤਾਂ ਤੁਸੀਂ ਗਿਲਸ ਮੈਂਟੋਰ ਦਾ ਨਾਮ ਦਾ ਐਪ ਹੈ ਜੋ ਤੁਸੀਂ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰੋ ਅਤੇ ਪੇਡ ਕੋਰਸ ਖਰੀਦ ਸਕਦੇ ਹੋ। ਤਾਂ ਇਸ ਵਿੱਚ ਤੁਹਾਨੂੰ ਡੈਮੋ ਲੈਕਚਰਸ ਵੀ ਅਵੇਲੇਬਲ ਹੈ। ਜੇ ਕੋਈ ਵੀ ਪਰੇਸ਼ਾਨੀ ਹੈ ਤਾਂ ਡੈਮੋ ਲੈਕਚਰਸ ਦੇਖੋ, ਡਿਸੀਜ਼ਨ ਲਵੋ ਅਤੇ ਤਿਆਰੀ ਸ਼ੁਰੂ ਕਰੋ। ਸੋ ਲੈਕਚਰ ਸਟਾਰਟ ਕਰਦੇ ਹਾਂ। ਰਸ ਬਾਰੇ ਗੱਲ ਕਰਾਂਗੇ। ਭਰਤ ਮੁਨੀ ਅਨੁਸਾਰ ਰਸ ਕਵਿਤਾ ਦਾ ਸਭ ਤੋਂ ਜ਼ਰੂਰੀ ਅੰਗ ਹੈ। ਭਾਰਤ ਦੇ ਪ੍ਰਾਚੀਨ ਸਾਹਿਤ ਵਿੱਚ ਕਿੰਨੇ ਰਸ ਪਾਏ ਜਾਂਦੇ ਹਨ? 9 ਰਸ ਪਾਏ ਜਾਂਦੇ ਹਨ, ਜਿਵੇਂ ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਬੀਰ ਰਸ, ਭਿਆਨਕ ਰਸ, ਅਦਭੁਤ ਰਸ, ਬੀਭਤਮ ਰਸ, ਸ਼ਾਂਤ ਰਸ। ਸ਼ਿੰਗਾਰ ਰਸ 'ਚ ਭਾਵ ਬਾਰੇ ਗੱਲ ਕੀਤੀ ਜਾਂਦੀ ਹੈ, ਪ੍ਰੇਮ ਬਾਰੇ ਗੱਲ ਕੀਤੀ ਜਾਂਦੀ ਹੈ। ਹਾਸ ਰਸ 'ਚ ਹਾਸੇ ਦੀ ਗੱਲ ਕੀਤੀ ਜਾਂਦੀ ਹੈ। ਕਰੁਣਾ ਰਸ ਵਿੱਚ ਸ਼ੌਂਕ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ। ਰੌਦਰ ਰਸ ਵਿੱਚ ਕ੍ਰੋਧ ਦੀ ਗੱਲ ਕੀਤੀ ਜਾਂਦੀ ਹੈ। ਬੀਰ ਰਸ ਵਿੱਚ ਉਤਸ਼ਾਹ ਦੀ ਗੱਲ ਕੀਤੀ ਜਾਂਦੀ ਹੈ। ਭਿਆਨਕ ਰਸ ਵਿੱਚ ਭਾਵਨਾ ਦੀ ਗੱਲ ਕੀਤੀ ਜਾਂਦੀ ਹੈ। ਅਦਭੁਤ ਰਸ ਵਿੱਚ ਅਚਰਜ ਦੀ ਗੱਲ ਕੀਤੀ ਜਾਂਦੀ ਹੈ। ਬੀਭਤਮ ਰਸ ਵਿੱਚ ਘਿਰਣਾ ਦੀ ਗੱਲ ਕੀਤੀ ਜਾਂਦੀ ਹੈ। ਸ਼ਾਂਤ ਰਸ ਵਿੱਚ ਵੈਰਾਗ ਦੀ ਗੱਲ ਕੀਤੀ ਜਾਂਦੀ ਹੈ। ਸੋ ਆਪਾਂ ਇੱਕ ਕਵਿਤਾ ਦਾ ਦੇਖਾਂਗੇ ਤਾਂ ਤੁਹਾਨੂੰ ਪਤਾ ਲੱਗਦਾ ਜਾਏਗਾ। ਪਹਿਲੇ ਦੇਖੋ ਸ਼ਿੰਗਾਰ ਰਸ। ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ। ਤਾਂ ਇਸ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਸੰਜੋਗ ਸ਼ਿੰਗਾਰ ਦੀ ਗੱਲ ਕੀਤੀ ਜਾ ਰਹੀ ਹੈ, ਠੀਕ ਹੈ। ਤਾਂ ਦੂਜੀ ਇੱਕ ਆਪਾਂ ਦੇਖਦੇ ਹਾਂ, ਰਾਤੀ ਨੀਂਦ ਆਰਾਮ ਨਾ ਆਵੇ, ਦਿਨੇ ਰਹੇ ਨਿਤ ਰਾਹੀਂ, ਹਾਸ਼ਮ ਜਾਨ ਛਡਾਉਣ ਮੁਸ਼ਕਿਲ ਭਰੀ ਇਸ਼ਕ ਦੀ ਫਾਈ, ਠੀਕ ਹੈ। ਤਾਂ ਇਸ ਵਿੱਚ ਪ੍ਰੇਮ ਦੀ ਗੱਲ ਹੈ, ਮਗਰ ਉਰੇ ਵਿਜੋਗ ਸ਼ਿੰਗਾਰ ਦੀ ਗੱਲ ਆ ਜਾਏਗੀ, ਠੀਕ ਹੈ। ਉਸ ਤੋਂ ਬਾਅਦ ਹਾਸ ਰਸ। ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ, ਅੱਜ ਆਖਣੇ ਦੀ ਪੈ ਗਈ ਲੋੜ, ਫਸਟ ਐਡ ਦੀ ਥਾਂ ਤੂੰ ਰੈਡ ਕੀਤਾ, ਸਾਡਾ ਹਿੱਲਿਆ ਏ ਜੋੜ ਜੋੜ। ਤਾਂ ਇਸ ਵਿੱਚ ਹਾਸ ਰਸ ਤੁਹਾਨੂੰ ਦਿਖ ਰਿਹਾ, ਠੀਕ ਹੈ ਨਾ, ਹਾਸੇ ਦੀ ਗੱਲ ਹੋ ਰਹੀ ਹੈ। ਤਾਂ ਦੂਜੇ 'ਚ ਦੇਖੋ, ਨਿੱਕੇ ਹੁੰਦੇ ਡੱਗੇ ਚਾਰੇ, ਵੱਡੇ ਹੋਏ ਹੱਲ ਵਾਇਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਨੂੰ ਉਲਾਬਾ ਲਾਇਆ। ਤਾਂ ਇਸ ਵਿੱਚ ਤੁਹਾਨੂੰ ਦਿਖ ਰਿਹਾ ਕਿ ਹਾਸ ਰਸ ਦੀ ਗੱਲ ਹੋ ਰਹੀ ਹੈ। ਤਾਂ ਆਪਾਂ ਉਰੇ ਹਾਸ ਰਸ ਦੀ ਨਾਲ ਜਾਣਿਆ ਜਾਏਗੇ ਇਹ ਕਵਿਤਾਵਾਂ। ਉਸ ਤੋਂ ਬਾਅਦ ਕਰੁਣਾ ਰਸ। ਕਰੁਣਾ ਰਸ ਦਾ ਕਿਵੇਂ ਦੇਖਦੇ ਹਾਂ ਆਪਾਂ ਨੂੰ ਉੱਪਰ ਪੜ੍ਹਿਆ ਕਰੁਣਾ ਰਸ ਕੀ ਹੁੰਦਾ? ਸ਼ੌਂਕ ਦੀ ਗੱਲ ਹੁੰਦੀ ਹੈ, ਠੀਕ ਹੈ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚ ਬੋਲ, ਜੇ ਅੱਜ ਕਿਤਾਬਾਂ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਠੀਕ ਹੈ। ਇਹ ਸਾਨੂੰ ਕਰੁਣਾ ਰਸ ਬਾਰੇ ਦੱਸਦਾ ਹੈ। ਉਸ ਤੋਂ ਇਲਾਵਾ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸਾ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਤੋ ਇਸ ਵਿੱਚ ਸਾਨੂੰ ਕਰੁਣਾ ਰਸ ਬਾਰੇ ਪਤਾ ਲੱਗਦਾ। ਸੋ ਉਸ ਤੋਂ ਬਾਅਦ ਰੌਦਰ ਰਸ, ਯਾਨੀ ਕਿ ਗੁੱਸੇ ਦੀ ਗੱਲ ਆ ਰਹੀ ਹੈ। ਕ੍ਰੋਧ ਹੈ। ਫੌਜਾਂ ਦੋਹਾਂ ਮੁਕਾਬਲਾ, ਜਿਉਂ ਰਸਣ ਆਈਆਂ, ਬੰਦੂਕਾਂ ਦੀਆਂ ਗੋਲੀਆਂ ਕੋਂ ਪਵਨ ਵਸਾਈਆਂ। ਇਸ ਵਿੱਚ ਸਾਨੂੰ ਰੌਦਰ ਰਸ ਦੇਖਣ ਨੂੰ ਮਿਲ ਰਿਹਾ। ਉਸ ਤੋਂ ਬਾਅਦ ਬੀਰ ਰਸ। ਜੰਗ ਮੁਸਾਫਾ ਬੱਝਿਆ ਰਣ, ਨਗਾਰ ਚਾਵਲੇ, ਝੋਲਣ ਨੇਜੇ ਵੇਰਕਾ, ਨਿਸ਼ਾਨ ਲਸਣ ਲਸਾਵਲੇ, ਠੀਕ ਹੈ। ਇਸ ਵਿੱਚ ਸਾਨੂੰ ਬੀਰ ਰਸ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਦੇਖੋ, ਭੇੜੇ ਕੋ ਮੈਂ ਸ਼ੇਰ ਬਣਾऊं, के संग रंग लड़ाऊं, भूप गरीबन को कहाऊं, चिड़ियों से मैं बाज तुड़ाऊं, 1.25 लाख से एक लड़ाऊं, तबे गोबिंद ਸਿੰਘ ਨਾਮ ਕਮਾऊं। ਇਸ ਵਿੱਚ ਸਾਨੂੰ ਬੀਰ ਰਸ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਭਿਆਨਕ ਰਸ। ਫੌਜਾਂ ਦੋਹਾਂ ਮੁਕਾਬਲਾ, ਜਿਉਂ ਬਰਸਣ ਆਈਆਂ, ਬੰਦੂਕਾਂ ਦੀਆਂ ਗੋਲੀਆਂ ਕੋਂ ਪਵਨ ਵਸਾਈਆਂ। ਤਾਂ ਇਸ ਵਿੱਚ ਤੁਹਾਨੂੰ ਭਿਆਨਕ ਰਸ ਬਾਰੇ ਪਤਾ ਲੱਗ ਰਿਹਾ। ਬੀਤ ਭੱਤ ਰਸ। ਇਸ ਵਿੱਚ ਸਾਨੂੰ ਦੋਹੀ ਦਲੀ ਮੁਕਾਬਲੇ ਰਣ, ਗਣ ਕਣ ਚੜ੍ਹਨ ਤੱਪਾਂ, ਗੱਡੀ ਢੁਕੀਆਂ ਲੱਖ ਸੰਗਲ ਖਣ ਕਣ, ਠੀਕ ਹੈ। ਇਸ ਵਿੱਚ ਸਾਨੂੰ ਇਸ ਰਸ ਬਾਰੇ ਪਤਾ ਲੱਗਦਾ ਹੈ। ਉਸ ਤੋਂ ਬਾਅਦ ਅਦਭੁਤ ਰਸ। ਕਬੀਰ ਪਰਦੇਸੀ। ਅਦਭੁਤ ਰਸ ਪਤਾ ਨਾ ਜਾਂ ਭੁੱਲ ਗਏ? ਅਦਭੁਤ ਰਸ ਆਪਾਂ ਨੇ ਜਾਣਿਆ ਸੀ, ਆ ਦੇਖੋ ਅਦਭੁਤ ਰਸ, ਮਾਫ ਕਰਿਓ, ਅਦਭੁਤ ਰਸ ਮਤਲਬ ਅਚਰਜ, ਠੀਕ ਹੈ। ਤਾਂ ਉਰੇ ਅਦਭੁਤ ਰਸ ਧਿਆਨ ਨਾਲ ਦੇਖੋ। ਕਬੀਰ ਪਰਦੇਸੀ ਕੇ ਘਾਗਰੇ ਚੋਂ ਦਿਸੀ ਲਾਗ ਆਗ, ਖਿੰਦਾ ਜਲ ਕੋਇਲਾ ਭਈ ਆਂਚ ਨਾ ਲਾਗ, ਵਿਸਮਾਧੂ ਨਾਦ। ਇਹ ਪਹਿਲਾ ਹੋ ਗਿਆ, ਠੀਕ ਹੈ। ਦੂਜਾ ਦੇਖੋ, ਵਿਸਮਾਧੂ ਨਾਦ, ਵਿਸਮਾਧੂ ਜਿਉ ਵਿਸਮਾਧੂ ਭੇਦ, ਵਿਸਮਾਧੂ ਰੂਪ ਵਿਸਮਾਧੂ ਰਣ, ਵਿਸਮਾਧੂ ਨਾਗੇ ਫਿਰੇ ਜੰਤ,
ठीक है। इस ਵਿੱਚ ਸਾਨੂੰ ਵੀ ਅਦਭੁਤ ਰਸ ਬਾਰੇ ਪਤਾ ਲੱਗਦਾ ਹੈ। ਸ਼ਾਂਤ ਰਸ ਮਤਲਬ ਵਿਰਾਗ ਰਸ, ਵੇਰੀ ਨਾਗ ਤੇਰਾ ਪਹਿਲਾ ਝਲਕਾ, ਜਦ ਅੱਖੀਆਂ ਵਿੱਚ ਵਸਦਾ, ਕੁਦਰਤ ਕੇ ਕਾਦਰ ਦਾ ਜਾਂ ਲੈ ਲੈਂਦਾ ਇੱਥੇ ਦਿਸਦਾ। ਠੀਕ ਹੈ। ਇਸ ਵਿੱਚ ਸਾਨੂੰ ਰਾਸ ਰਾਗ ਬਾਰੇ ਫੀਲ ਹੁੰਦਾ ਹੈ, ਪਤਾ ਲੱਗਦਾ ਹੈ। ਉਸ ਤੋਂ ਬਾਅਦ ਹੁਣ ਆਪਾਂ ਅਲੰਕਾਰ ਦੀ ਗੱਲ ਕਰਾਂਗੇ। ਅਲੰਕਾਰ ਕਿਹਨੂੰ ਕਹਿੰਦੇ ਆ? ਅਲੰਕਾਰ ਸੰਪਰਦਾਇ ਦਾ ਭਾਰਤੀ ਕਾਵਿ ਸ਼ਾਸਤਰ ਵਿੱਚ ਮਹੱਤਵਪੂਰਨ ਸਥਾਨ ਹੈ। ਇਹ ਸੰਪਰਦਾਇ ਅਲੰਕਾਰ ਨੂੰ ਹੀ ਕਾਵਿ ਦੀ ਆਤਮਾ ਮੰਨਦੇ ਹਨ। ਜਿਹੜਾ ਇਹ ਸੰਪਰਦਾਇ ਅਲੰਕਾਰ ਨੂੰ ਹੀ ਆਪਾਂ ਕਾਵਿ ਦੀ ਆਤਮਾ ਮੰਨਦੇ ਹਾਂ। ਇਸ ਨੇ ਆਪਣੇ ਕਾਵਿ ਸ਼ਾਸਤਰਾਂ ਦਾ ਨਾਂ ਹੀ ਅਲੰਕਾਰ ਸ਼ਾਸਤਰ ਰੱਖਿਆ ਹੈ। ਅਲੰਕਾਰ 3 ਤਰ੍ਹਾਂ ਦੇ ਹੁੰਦੇ ਹਨ: ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ। ਤਾਂ ਆਪਾਂ ਪਹਿਲੇ ਜਾਣਦੇ ਹਾਂ ਸ਼ਬਦ ਅਲੰਕਾਰ ਕੀ ਹੁੰਦਾ ਹੈ। ਸ਼ਬਦ ਦੀ ਸੁੰਦਰਤਾ ਵਧਾਉਣ ਵਾਲੇ ਅਲੰਕਾਰ ਨੂੰ, ਜਿਹੜੀ ਸ਼ਬਦ ਦੀ ਸੁੰਦਰਤਾ ਵਧਾਉਂਦੇ ਆ, ਉਸ ਨੂੰ ਹੀ ਆਪਾਂ ਸ਼ਬਦ ਅਲੰਕਾਰ ਕਹਿੰਦੇ ਹਾਂ। ਜਿਵੇਂ ਕਾਮ ਕ੍ਰੋਧ ਆਇਆ ਕਿਉਂ ਗਾਲੇ। ਠੀਕ ਹੈ। ਤਾਂ ਸ਼ਬਦ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਜਿਵੇਂ ਆਪਾਂ ਨੇ ਉਰੇ ਕਾਮ ਕ੍ਰੋਧ ਅਕਾਇਆ ਕਿਉਂ ਗਾਲੇ, ਤਾਂ ਇਸ ਨੂੰ ਆਪਾਂ ਨੇ ਇਸ ਤਰ੍ਹਾਂ ਦਿਖਾਤਾ। ਠੀਕ ਹੈ। ਤਾਂ ਉਹ ਸ਼ਬਦ ਅਲੰਕਾਰ ਹੋ ਗਿਆ, ਇਹਨੂੰ ਅਲੰਕਾਰ ਵਰਤ ਲਿਆ ਆਪਾਂ ਨੇ। ਠੀਕ ਹੈ। ਜਿਵੇਂ ਕਾਮ ਕ੍ਰੋਧ ਕਾਇਆ, ਕਾਇਆ ਆਪਾਂ ਅਲੰਕਾਰ ਵਰਤ ਰਹੇ ਆਪਾਂ, ਕਿਉਂ ਗਾਲੇ, ਤਾਂ ਇਹ ਪੂਰਾ ਆਪਾਂ ਨੇ ਇਹਨੂੰ ਸ਼ਬਦ ਦੀ ਸੁੰਦਰਤਾ ਨੂੰ ਅਸੀਂ ਵਧਾਤਾ। ਉਸ ਤੋਂ ਬਾਅਦ ਅਰਥ ਅਲੰਕਾਰ, ਜੋ ਅਲੰਕਾਰ ਕਵਿਤਾ ਦੇ ਅਰਥਾਂ ਵਿੱਚ ਖੂਬੀ ਅਤੇ ਸੁੰਦਰਤਾ ਪੈਦਾ ਕਰੇ। ਪਹਿਲੇ 'ਚ ਤਾਂ ਇਕੱਲਾ ਸੁੰਦਰਤਾ ਪੈਦਾ ਕਰ ਰਿਹਾ ਸੀ, ਮਗਰ ਇਸ ਵਿੱਚ ਖੂਬੀ ਅਤੇ ਸੁੰਦਰਤਾ ਪੈਦਾ ਕਰੇ, ਉਹਨਾਂ ਨੂੰ ਆਪਾਂ ਅਰਥ ਅਲੰਕਾਰ ਕਹਿੰਦੇ ਹਾਂ। ਜਿਵੇਂ ਕਿ ਦੇਸ਼ ਇਸ਼ਕ ਦਾ ਦੇਸ਼ ਹੈ ਯਾਰੋਂ, ਦੁਖੀਆਂ ਦੇ ਦਿਲਗੀਰਾਂ ਦਾ, ਜਿਸ ਦਾ ਹੋਇਆ ਰੰਗ ਤਮਾਸ਼ਾ, ਸੋਹਣੀਆਂ ਸੱਸੀਆਂ ਹੀਰਾਂ ਦਾ। ਸੋ ਇਸ ਵਿੱਚ ਸਾਨੂੰ ਕੀ ਕੀ ਦੇਖਣ ਨੂੰ ਮਿਲਦਾ? ਖੂਬੀ ਵੀ ਦਿਖ ਰਹੀ ਹੈ ਸਾਨੂੰ ਦੇਸ਼ ਦੀ, ਠੀਕ ਹੈ, ਅਤੇ ਸੁੰਦਰਤਾ ਬਾਰੇ ਵੀ ਪਤਾ ਲੱਗ ਰਿਹਾ। ਸੋ ਅੱਗੇ ਸ਼ਬਦਾਰਥ ਅਲੰਕਾਰ ਕੀ ਹੁੰਦਾ? ਜਿਹੜਾ ਅਲੰਕਾਰ ਸ਼ਬਦ ਵਿੱਚ ਹੀ ਅਤੇ ਅਰਥਾਂ ਵਿੱਚ ਵੀ ਸੁੰਦਰਤਾ ਪੈਦਾ ਕਰੇ। ਸ਼ਬਦਾਂ ਵਿੱਚ ਵੀ ਸੁੰਦਰਤਾ ਪੈਦਾ ਕਰੇ ਅਤੇ ਅਰਥਾਂ ਵਿੱਚ ਵੀ ਸੁੰਦਰਤਾ ਪੈਦਾ ਕਰੇ। ਪਹਿਲੇ ਤਾਂ ਆਪਾਂ ਜਿਹੜਾ ਸ਼ਬਦ ਅਲੰਕਾਰ ਦੇਖਿਆ ਉਸ ਵਿੱਚ ਇਕੱਲਾ ਸ਼ਬਦ ਬਾਰੇ ਪਤਾ ਲੱਗਿਆ ਕਿ ਸ਼ਬਦ ਦੀ ਸੁੰਦਰਤਾ ਪੈਦਾ ਕਰੇ, ਮਗਰ ਇਸ ਵਿੱਚ ਇਹ ਕਿਹਾ ਸ਼ਬਦਾਰਥ ਦਾ ਕਿ ਇਸ ਅਰਥਾਂ ਦਾ ਬਾਰੇ ਵੀ ਸੁੰਦਰਤਾ ਪੈਦਾ ਕਰੇ। ਜਿਵੇਂ ਕਾਮ ਕ੍ਰੋਧ ਕਾਇਆ ਕਿਉਂ ਗਾਲੇ, ਜਿਉਂ ਕੰਚਨ ਸੁਹਾਗਾ ਦਾਤੇ। ਠੀਕ ਹੈ। ਉਸ ਤੋਂ ਬਾਅਦ ਇਹ ਆਪਾਂ ਨੂੰ ਐਗਜ਼ਾਮਪਲ ਹੈ, ਮੈਂ ਐਗਜ਼ਾਮਪਲਾਂ ਪੜ੍ਹੀਆਂ ਤੁਹਾਡੇ ਸਾਹਮਣੇ ਸਾਰੀਆਂ ਨਾ। ਇਹ ਤਿੰਨ ਆਪਾਂ ਨੇ 3 ਤਰ੍ਹਾਂ ਦੇ ਹੁੰਦੇ ਅਲੰਕਾਰ। ਤਾਂ ਉਸ ਨੂੰ ਅੱਗੋਂ ਆਪਾਂ ਦੇਖ ਸਕਦੇ ਹਾਂ ਅਨੁਪ੍ਰਾਸ ਅਲੰਕਾਰ। ਅੱਗੋਂ ਆਪਾਂ ਦੇਖ ਸਕਦੇ ਹਾਂ ਅਨੁਪ੍ਰਾਸ ਅਲੰਕਾਰ। ਅਨੁਪ੍ਰਾਸ ਦਾ ਅਰਥ ਕੀ ਹੁੰਦਾ? ਵਾਰ-ਵਾਰ ਦੁਹਰਾਉਣਾ, ਵਾਰ-ਵਾਰ ਦੁਹਰਾਉਣਾ। ਇਹ ਦੁਹਰਾਓ ਅੱਖਰਾਂ ਦਾ, ਸ਼ਬਦਾਂ ਦਾ ਜਾਂ ਸ਼ਬਦਾਸਾਂ ਦਾ ਹੋ ਸਕਦਾ ਹੈ, ਜਿਸ ਵਿੱਚ ਆਪਾਂ ਵਾਰ-ਵਾਰ ਦੁਹਰਾਉਂਦੇ ਹਾਂ। ਜਿਵੇਂ ਸ਼ਰਤ ਇਹ ਹੈ ਕਿ ਇੱਕੋ ਤੁਕ ਕਾਵਿ ਪੰਕਤੀ ਜਾਂ ਕਾਵਿ ਬੰਦ ਵਿੱਚ ਹੋਵੇ। ਠੀਕ ਹੈ। ਜਿਹੜਾ ਇਹ ਦੁਹਰਾਓ ਹੈ ਜਾਂ ਤਾਂ ਇੱਕੋ ਤੁਕ ਵਿੱਚ ਹੋਵੇ, ਜਾਂ ਇੱਕੋ ਹੀ ਪੰਕਤੀ ਵਿੱਚ ਹੋਵੇ, ਜਾਂ ਇੱਕ ਕਾਵਿ ਬੰਦ ਵਿੱਚ ਹੋਵੇ। ਜਦੋਂ ਕਵਿਤਾ ਵਿੱਚ ਇੱਕੋ ਜਿਹੇ ਵਰਣ ਦਾ ਸ਼ਬਦਾਂ ਦਾ ਵਾਰ-ਵਾਰ ਦੁਹਰਾਓ ਇਸ ਤਰ੍ਹਾਂ ਹੋਵੇ ਕਿ ਉਸ ਵਿੱਚ ਸੰਗੀਤਕ ਲੈਅ, ਵਜਨ ਅਤੇ ਤੋਲ ਪੈਦਾ ਹੋਵੇ, ਤਾਂ ਉਸ ਨੂੰ ਆਪਾਂ ਅਨੁਪ੍ਰਾਸ ਅਲੰਕਾਰ ਕਿਹਾ ਜਾਂਦਾ ਹੈ। ਜਿਵੇਂ ਫਿਰ ਰੂਪ ਸਰੂਪ ਅਨੂਪ ਦਿਸੇ, ਫਿਰ ਜਿੰਦ ਦੀਵਾਨੀ ਝੱਲੀ ਝੱਲੀ, ਫਿਰ ਹੋਸ਼ ਬੇਹੋਸ਼ ਮਦਹੋਸ਼ ਹੋਈ, ਫਿਰ ਪੱਤ ਰੁਲੈਂਦੀ ਗੱਲੀ ਗੱਲੀ। ਠੀਕ। ਉਪਮਾ ਅਲੰਕਾਰ ਬਾਰੇ ਜਾਣ ਰਹੇ ਸੀ। ਇੱਕ ਵਾਰੀ ਉਹਨਾਂ ਨੂੰ ਦੁਹਰਾ ਦਿੰਦਾ ਕਿ ਉਪਮਾ ਅਲੰਕਾਰ ਸਭ ਤੋਂ ਵੱਧ ਪ੍ਰਸਿੱਧ ਹੈ। ਅਸੀਂ ਕਵਿਤਾ ਵਿੱਚ, ਕਵਿਤਾ ਤੋਂ ਬਾਹਰ ਵੀ ਆਮ ਗੱਲਬਾਤ ਵਿੱਚ ਕਈ ਵਾਰ ਉਪਮਾ ਅਲੰਕਾਰ ਬਾਰੇ ਜਾਂ ਵਾਕਾਂ ਜਾਂ ਤੁਕਾਂ ਨੂੰ ਬੋਲਦੇ ਹਾਂ। ਜਿਵੇਂ ਕੱਪੜਾ ਦੁੱਧ ਵਰਗਾ ਚਿੱਟਾ ਹੈ, ਅਤੇ ਉੱਪਰ ਲਿਖੇ ਵਾਕਾਂ ਵਿੱਚ ਜਿਹੜਾ ਕੱਪੜਾ ਦੁੱਧ ਵਰਗਾ ਚਿੱਟਾ ਹੈ, ਇਸ ਵਿੱਚ 4 ਤੱਤ ਹਨ। ਜਿਵੇਂ ਕਿ ਕੱਪੜਾ, ਦੁੱਧ, ਚਿੱਟਾ ਅਤੇ ਵਰਗਾ। ਜਿੱਥੇ ਇਹ 4 ਤੱਤ ਇਕੱਠੇ ਹੋ ਜਾਣ ਅਤੇ 70 ਵਿੱਚ ਹੋਣਗੇ, ਉੱਥੇ ਜਿੱਥੇ 4 ਤੱਤ ਇਕੱਠੇ ਹੋ ਗਏ ਅਤੇ 70 ਵਿੱਚ ਹੋਣ, ਤਾਂ ਉੱਥੇ ਆਪਾਂ ਉਪਮਾ ਅਲੰਕਾਰ ਵਰਤਦੇ ਹਾਂ। ਠੀਕ ਹੈ। ਜਿਵੇਂ ਵਿਦਵਾਨਾਂ ਨੇ ਇਹਨਾਂ 4 ਤੱਤਾਂ ਨੂੰ ਕਿਸ 'ਚ ਵੰਡਤਾ? ਇਹਦੇ ਨਾਮ ਰੱਖੇ ਨੇ। ਜਿਵੇਂ ਉਪਮੈਅ, ਜਿਸ ਵਿੱਚ ਕੱਪੜਾ ਆ ਜਾਏਗਾ, ਉਹ ਵਸਤੂ ਜਿਸ ਦੀ ਕਿਸੇ ਹੋਰ ਵਸਤੂ ਨਾਲ ਤੁਲਨਾ ਕੀਤੀ ਜਾਵੇ। ਉਪਮਾਨ, ਜਿਵੇਂ ਦੁੱਧ, ਉਹ ਚੀਜ਼ ਜਿਸ ਨਾਲ ਉਸ ਦੀ ਉਪਮਾ ਕੀਤੀ ਜਾਵੇ। ਸਾਂਝਾ ਗੁਣ, ਜਿਵੇਂ ਚਿੱਟਾ, ਇਹ ਗੁਣ ਜੋ 2 ਵਸਤੂਆਂ ਵਿੱਚ ਇੱਕੋ ਜਿਹਾ ਸਾਂਝਾ ਹੋਵੇ। ਠੀਕ ਹੈ ਫਰੈਂਡਸ। ਸੋ ਅੱਗੇ ਦੇਖਦੇ ਹਾਂ ਆਪਾਂ। ਮਾਫ ਕਰਿਓ। ਅੱਗੇ ਦੇਖੋ। ਜਿਵੇਂ ਆਪਾਂ ਸਾਂਝਾ ਗੁਣ ਦੇਖ ਲਿਆ। ਹੁਣ ਵਾਚਕ ਗੁਣ, ਜਿਵੇਂ ਵਰਗਾ, ਵਾਂਗੂ, ਤਰ੍ਹਾਂ, ਜਿਉਂ, ਉਹ ਸ਼ਬਦ ਜੋ ਉਪਮਾ ਜਾਂ ਤੁਲਨਾ ਨੂੰ ਪ੍ਰਗਟ ਕਰੇ। ਜਿੱਥੇ ਉਪਮਾਉਣ ਯੋਗ ਚੀਜ਼ ਉਪਮੈਅ ਦੀ ਕਿਸੇ ਹੋਰ ਮਿਲਦੀ ਜੁਲਦੀ ਚੀਜ਼ ਉਪਮੈਅ ਨਾਲ ਸਾਂਝੇ ਗੁਣ ਦੀ ਸਮਾਨਤਾ ਦੱਸੀ ਜਾਵੇ, ਉੱਥੇ ਉਪਮਾ ਅਲੰਕਾਰ ਹੁੰਦਾ ਹੈ। ਜਿਵੇਂ ਕਿ ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ, ਲੱਸੇ ਨਹੀਂ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ, ਚਾਂਦੀ ਵਰਗਾ ਰੰਗ ਹੋਇਆ ਗੋਰਾ, ਸੋਨੇ ਵਰਗੇ ਵਾਲ ਸੁਨਹਿਰੇ। ਹੁਣ ਤੁਸੀਂ ਮੈਨੂੰ ਦੱਸੋ ਕਿੱਥੇ ਹੈ ਉਪਮਾ ਅਲੰਕਾਰ?
ਰੂਪਕ ਅਲੰਕਾਰ ਕੀ ਹੈ? ਰੂਪਕ ਅਲੰਕਾਰ ਉਪਮਾ ਅਲੰਕਾਰ ਦੇ ਨਾਲ ਆਮ ਤੌਰ 'ਤੇ ਮਿਲਦਾ ਜੁਲਦਾ ਹੀ ਹੈ। ਰੂਪਕ ਅਲੰਕਾਰ ਵਿੱਚ ਦੋ ਵਸਤਾਂ ਦੀ ਤੁਲਨਾ ਕਰਕੇ ਦੋਹਾਂ ਵਿੱਚ ਇੱਕੋ ਸਾਂਝਾ ਗੁਣ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਜਿਵੇਂ ਚੋਹਾਂ ਵਾਸਤੇ ਫਰਕ ਮਿਟ ਜਾਂਦਾ ਹੈ ਅਤੇ ਦੋਹਾਂ ਵਿੱਚ ਇੱਕ ਮਿਕਤਾ ਅਤੇ ਇੱਕ ਰੂਪਤਾ ਉਤਪੰਨ ਹੋ ਜਾਂਦੀ ਹੈ। ਜਿੱਥੇ ਉਪਮੇय ਅਤੇ ਉਪਮਾਨ ਵਿੱਚ ਇਕਰੂਪਤਾ ਅਤੇ ਅਦਭੇਦਤਾ ਵਰਣਨ ਕੀਤੀ ਜਾਂਦੀ ਹੈ, ਉੱਥੇ ਰੂਪਕ ਅਲੰਕਾਰ ਹੁੰਦਾ ਹੈ। ਜਿਵੇਂ ਕਿ ਬਿਰੋ ਦਾ ਇੱਕ ਗਰੜ ਬਲੇਰੀ, ਜਿੰਦੜੀ ਦਾ ਅਸਾਂ ਸੁਰਮਾ ਪਿੱਠੀ, ਰੋਜ਼ ਰਾਤ ਨੂੰ ਅੰਬਰ ਆ ਕੇ ਮੰਦਾ ਇਥ ਸਲਾਈ ਵੇ, ਚਿੱਟੇ ਚਾਨਣ ਦਾ ਦੁੱਗ ਡੁੱਲਿਆ ਤੇ ਮਟਕੀ ਭੱਜੀ ਹਨੇਰੇ ਦੀ, ਛੱਤ ਰਾਤਾਂ ਦੀਆਂ ਹਕਾਇਤਾਂ ਕੋਈ ਗੱਲ ਕਰੇ ਨਵੇਂ ਸਵੇਰ ਦੀ। ਸੋ ਇਸ ਵਿੱਚ ਫਰਕ ਕੀ ਦਿਖ ਰਿਹਾ ਤੁਹਾਨੂੰ ਕਿ ਜਿਹੜੀ ਦੋ ਅਵਸਥਾ ਦੀ ਤੁਲਨਾ ਕਰਤਾ ਰਿਹਾ ਕਰਕੇ ਦੋਵਾਂ ਵਿੱਚ ਇੱਕ ਸਾਂਝਾ ਗੁਣ ਵੀ ਦੱਸ ਰਿਹਾ, ਬਟ ਇਸ ਵਿੱਚ ਜਿਹੜੀ ਦੋ ਅਵਸਥਾ ਉਸ 'ਚੋਂ ਫਰਕ ਮਿਟਾ ਦਿੰਦਾ ਅਤੇ ਇਹਨਾਂ ਵਿੱਚ ਇੱਕ ਮਿਕਤਾ ਅਤੇ ਇੱਕ ਰੂਪਤਾ ਉਤਪੰਨ ਹੋ ਜਾਂਦੀ ਹੈ। ਸੋ ਉਸ ਤੋਂ ਅੱਗੇ ਦੇਖਦੇ ਹਾਂ ਦ੍ਰਿਸ਼ਟਾਂਤ ਅਲੰਕਾਰ। ਦ੍ਰਿਸ਼ਟਾਂਤ ਦਾ ਅਰਥ ਹੁੰਦਾ ਹੈ ਉਦਾਹਰਣ, ਮਿਸਾਲ, ਨਮੂਨਾ, ਸਬੂਤ ਆਦਿ। ਠੀਕ ਹੈ, ਦ੍ਰਿਸ਼ਟਾਂਤ ਦਾ ਕੀ ਅਰਥ ਹੁੰਦਾ ਹੈ? ਉਦਾਹਰਣ, ਮਿਸਾਲ, ਨਮੂਨਾ, ਸਬੂਤ ਆਦਿ। ਜਦੋਂ ਕਵੀ ਆਪਣੀ ਕਵਿਤਾ ਵਿੱਚ ਆਪਣੇ ਕਿਸੇ ਵਿਸ਼ੇ ਨੂੰ ਸਮਝਾਉਣ ਲਈ ਆਮ ਜੀਵਨ ਦੀ ਪ੍ਰਕਿਰਤੀ ਵਿੱਚੋਂ ਕੋਈ ਅਜਿਹੀ ਮਿਸਾਲ ਜਾਂ ਉਦਾਹਰਣ ਚੁਣ ਕੇ ਉਸ ਦੇ ਬਰਾਬਰ ਰੱਖ ਦਿੰਦਾ ਹੈ ਜਿਸ ਵਿੱਚ ਵਰਣਨ ਕੀਤੇ ਜਾ ਰਹੇ ਵਿਸ਼ੇ ਮਿਲਦੇ ਜੁਲਦੇ ਗੁਣ ਜਾਂ ਹੋਰ ਸਮਾਨਤਾਵਾਂ ਹੋਣ, ਤਾਂ ਉੱਥੇ ਦ੍ਰਿਸ਼ਟਾਂਤ ਅਲੰਕਾਰ ਦੀ ਸਿਰਜਣਾ ਹੁੰਦੀ ਹੈ। ਦ੍ਰਿਸ਼ਟਾਂਤ ਅਲੰਕਾਰ ਅੰਦਰ ਪਹਿਲਾਂ ਇੱਕ ਗੱਲ ਕਹਿ ਕੇ ਫਿਰ ਦੂਜੀ ਗੱਲ ਉਸਦੇ ਉਦਾਹਰਣ ਦੇ ਰੂਪ ਵਿੱਚ ਕਹੀ ਜਾਂਦੀ ਹੈ। ਦੋਵਾਂ ਦਾ ਹੀ ਮਹੱਤਵ ਇੱਕੋ ਹੀ ਨਿਕਲਦਾ ਹੈ। ਵਿਦਵਾਨਾਂ ਨੇ ਇਸ ਗੱਲ ਵਾਸਤੇ ਸ਼ਬਦ ਨਿਸ਼ਚਿਤ ਕੀਤੇ ਹਨ, ਬਿੰਬ ਅਤੇ ਪ੍ਰਤੀਬਿੰਬ। ਕਵੀ ਦੇ ਵਿਸ਼ੇ ਵਿੱਚ ਵਸਤੂ ਬਿੰਬ ਹੈ ਅਤੇ ਉਸ ਦੁਆਰਾ ਬਾਹਰੋਂ ਪੇਸ਼ ਕੀਤੀ ਗਈ ਉਦਾਹਰਣ ਉਹ ਪ੍ਰਤੀਬਿੰਬ ਹੋ ਜਾਂਦੀ ਹੈ। ਕਵਿਤਾ ਦੀ ਇੱਕ ਤੁਕ ਵਿੱਚ ਹੀ ਬਿੰਬ ਪੇਸ਼ ਹੁੰਦਾ ਹੈ ਅਤੇ ਅਗਲੀ ਤੁਕ ਵਿੱਚ ਹੀ ਪ੍ਰਤੀਬਿੰਬ ਪੇਸ਼ ਹੁੰਦਾ ਹੈ। ਜਿਵੇਂ ਕਿ ਆ ਦੇਖੋ, ਕਬੀਰ ਮਾਨੁਖ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ। ਠੀਕ ਹੈ, ਉਸ ਤੋਂ ਬਾਅਦ ਜੀਓ ਬਨ ਫਲ ਪਾ ਕੇ ਭੂੰ ਗੇਹਰ। ਠੀਕ ਹੈ, ਬੋਰ ਨਾ ਲਾਗੈ ਢਾਰ, ਸਤਿਗੁਰ ਨਾਨਕ ਪ੍ਰਗਟਾਇਆ। ਇਹ ਪਹਿਲੀ ਲਾਈਨ ਹੋ ਗਈ ਨਾ। ਠੀਕ ਹੈ, ਸਤਿਗੁਰ ਨਾਨਕ ਪ੍ਰਗਟਾਇਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਜਿਉਂ ਘਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਠੀਕ ਹੈ, ਇਸ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਵਿੱਚ ਤੁਹਾਨੂੰ ਕਿੱਥੇ ਦਿਖ ਰਿਹਾ ਹੈ ਜਿਹੜਾ ਦ੍ਰਿਸ਼ਟਾਂਤ ਅਲੰਕਾਰ ਹੈ। ਉਸ ਤੋਂ ਬਾਅਦ ਅਤਕਥਨੀ ਅਲੰਕਾਰ। ਅਤਕਥਨੀ ਸ਼ਬਦ ਦੇ ਅਤਿ ਅਤੇ ਕਥਨੀ ਦੇ ਦੋ ਹਿੱਸੇ ਹਨ। ਇਹਨਾਂ ਦਾ ਅਰਥ ਸਪਸ਼ਟ ਹੈ, ਅਰਥਾਤ ਅਤਿਅੰਤ ਵਾਧਾ, ਚੜ੍ਹਾ ਕੇ ਕਥਨ ਕਰਨਾ। ਠੀਕ ਹੈ, ਜਾਂ ਕੁੱਲ ਮਸਾਲਾ ਲਾ ਕੇ ਕਥਨ ਕਰਨਾ। ਕਵੀ ਆਪਣੀ ਕਵਿਤਾ ਦੇ ਕਿਸੇ ਪਾਤਰ, ਘਟਨਾ ਜਾਂ ਗੱਲ ਦੀ ਬਹੁਤ ਉਪਮਾ ਕਰਨੀ ਚਾਹੁੰਦਾ ਹੈ ਜਾਂ ਇਸ ਦੇ ਉਲਟ ਨਿੰਦਿਆ ਕਰਨਾ ਚਾਹੁੰਦਾ ਹੈ, ਤਾਂ ਉਹ ਨਿੱਕੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਬਿਆਨ ਕਰਦਾ ਹੈ ਅਤੇ ਜੋ ਪਾਠਕ ਦੇ ਸਰੋਤੇ ਉੱਪਰ ਵਿਸ਼ਾ ਵਸਤੂ ਦੇ ਵੱਡਪਣ ਜਾਂ ਜ਼ੋਰ ਦਾ ਪ੍ਰਭਾਵ ਪਵੇ, ਤਾਂ ਅਤਕਥਨੀ ਨੂੰ ਆਪਾਂ ਅਤਿਉਕਤੀ ਵੀ ਆਖਿਆ ਜਾਂਦਾ ਹੈ। ਅਤਕਥਨੀ ਅਲੰਕਾਰ ਦੀ ਸਿਰਜਣਾ ਕਰਨ ਦਾ ਮੰਤਵ ਇੱਕ ਚਮਤਕਾਰ ਪੈਦਾ ਹੁੰਦਾ ਹੈ ਅਤੇ ਚਮਤਕਾਰ ਹੀ ਕਵਿਤਾ ਵਿੱਚ ਸੁਹਜ ਸਵਾਦ ਪੈਦਾ ਕਰਦਾ ਹੈ। ਜਿਵੇਂ ਕਿ ਜੇ ਤੂੰ ਗੱਲਾਂ ਵਿੱਚ ਫੁੱਲ ਦਾ ਹਾਰ ਪਾਇਆ, ਤੇਰੇ ਲੱਕ ਨੂੰ ਪਏ ਕੜਵੱਲ ਮੋਈਏ, ਜੇ ਤੂੰ ਹੱਥਾਂ ਤੇ ਪੈਰ ਨੂੰ ਲਾਈ ਮਹਿੰਦੀ, ਭਾਰ ਨਾਲ ਤੂੰ ਸਕੀ ਨਾ ਹੱਲ ਮਲੋਈਏ। ਠੀਕ ਹੈ, ਹੁਣ ਇਸ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਵਧਾ ਚੜ੍ਹਾ ਕੇ ਗੱਲ ਕੀਤੀ ਹੈ, ਕਿ ਇੱਥੇ ਅਤਕਥਨੀ ਅਲੰਕਾਰ ਦੀ ਗੱਲ ਹੋ ਰਹੀ ਹੈ। ਸੋ ਜਿਹੜੀ ਚੀਜ਼ ਤੁਹਾਨੂੰ ਮੈਂ ਪੁੱਛਿਆ ਉਹ ਚੀਜ਼ ਮੈਨੂੰ ਜ਼ਰੂਰ ਦੱਸਣੀ ਹੈ। ਠੀਕ ਹੈ, ਸੋ ਥੈਂਕ ਯੂ ਵੈਰੀ ਮੱਚ। ਆਪਣਾ ਖਿਆਲ ਰੱਖੋ। ਜਿਸ ਵਿੱਚ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤਾਂ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਪੁੱਛਣਾ, ਮੈਂ ਤੁਹਾਨੂੰ ਦੁਬਾਰਾ ਦੱਸ ਦਾਂਗਾ, ਦੁਬਾਰਾ ਰਿਪੀਟ ਕਰ ਦਾਂਗਾ। ਠੀਕ ਹੈ, ਸੋ ਮੇਰੇ ਲੈਕਚਰ ਵਿੱਚ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਈ ਹੋਵੇ ਤਾਂ ਮੇਰੇ ਵੱਲੋਂ ਮਾਫੀ। ਸੋ ਆਪਾਂ ਹੁਣ ਕੱਲ੍ਹ ਮਿਲਾਂਗੇ। ਥੈਂਕ ਯੂ ਵੈਰੀ ਮੱਚ। ਅਤੇ ਜੇ ਤੁਹਾਨੂੰ ਲੈਕਚਰ ਅੱਛਾ ਲੱਗਦਾ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ।